ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੈਂ ਧੰਨਵਾਦ ਕਰਦਾ ਹਾਂ ਕਿ ਪਰਮੇਸ਼ਰ ਰੋਜ਼ ਸਾਡੇ ਜੀਵਨ ਦੇ ਵਿੱਚ ਆਪਣੀ ਭਗਤੀ ਦੇ ਲਈ ਨਿਤ ਪ੍ਰਤੀ ਦਿਨ ਆਪਣਾ ਨਵਾਂ ਵਚਨ ਦੇ ਕੇ ਸਾਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰ ਰਿਹਾ ਔਰ ਆਪਣੇ ਰਾਜ ਦੇ ਵਿੱਚ ਅੱਗੇ ਵਧਣ ਦੇ ਲਈ ਸਾਨੂੰ ਆਪਣੀ ਯੋਜਨਾ ਦੇ ਰਿਹਾ ਹੈ। ਅਸੀਂ ਅੱਜ ਦੇ ਵਚਨ ਨੂੰ ਵੀ ਸਿੱਖਣ ਦੇ ਲਈ ਇਸੇ ਤਰ੍ਹਾਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਕਿ ਪਰਮੇਸ਼ਰ ਸਾਨੂੰ ਆਪਣੀਆਂ ਯੋਜਨਾ ਦੇ ਸਾਰ ਇਸ ਧਰਤੀ ਦੇ ਉੱਤੇ ਜੀਵਨ ਜੀਣ ਦੇ ਲਈ ਸਾਡੀ ਮਦਦ ਕਰੇ ਤਾਂ ਕਿ ਪ੍ਰਭੂ ਦਾ ਨਾਮ ਉੱਚਾ ਹੋ ਸਕੇ। ਆਓ ਅਸੀਂ ਆਪਣੇ ਜੀਵਨਾਂ ਨੂੰ ਪ੍ਰਾਰਥਨਾ ਦੇ ਦੁਆਰਾ ਪ੍ਰਭੂ ਦੇ ਹੱਥ ਵਿੱਚ ਸੌਂਪੀਏ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਅੱਜ ਦਾ ਦਿਨ ਆਪ ਨੇ ਸਾਨੂੰ ਦਿੱਤਾ ਹੈ, ਇਸ ਦੇ ਲਈ ਧੰਨਵਾਦ। ਇਸ ਦੇ ਵਿੱਚ ਸਾਨੂੰ ਆਪਣੇ ਪਵਿੱਤਰ ਵਚਨ ਦੇ ਨਾਲ ਚੱਲਣ ਦੀ ਸਮਰੱਥ ਔਰ ਪਰਮੇਸ਼ਰਤਾ ਸਮਝਣ ਵਾਲਾ ਬਲ ਔਰ ਪਰਮੇਸ਼ਰਤਾ ਆਪ ਦਾ ਗਿਆਨ ਜਿਹੜਾ ਸਾਨੂੰ ਦਿਨ ਪ੍ਰਤੀ ਦਿਨ ਤੇਰੀ ਭਗਤੀ ਦੇ ਵਿੱਚ ਪਵਿੱਤਰਤਾ ਦੇ ਨਾਲ ਆਪ ਦੇ ਪਿੱਛੇ ਚੱਲਣ ਦੇ ਲਈ ਬਲ ਦਿੰਦਾ ਹੈ, ਉਸ ਦੇ ਵਿੱਚ ਵਧਣ ਦੇ ਲਈ ਮਦਦ ਕਰ। ਅੱਜ ਦੇ ਵਚਨ ਨੂੰ ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਆਪਣੀ ਤੌਫੀਕ ਦੇ, ਆਪਣੀ ਸਮਝ ਦੇ, ਆਪਣੀ ਬੁੱਧ ਦੇ, ਤਾਂ ਕਿ ਅਸੀਂ ਤੇਰੀ ਆਮਦ ਤੱਕ ਤੇਰੇ ਵਚਨ ਦੇ ਨਾਲ ਤਗੜਿਆਂ ਹੋ ਕੇ ਤੇਰੇ ਪਿੱਛੇ ਚੱਲਦੇ ਹੋਏ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੀ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ, ਆਮੀਨ। ਪਿਆਰੇ ਅਜ਼ੀਜ਼, ਪਿਛਲੇ ਕੱਲ ਦਾ ਜੋ ਵਚਨ ਸੀ ਉਹ ਅਫਸੀਆਂ 6 ਦੇ 10 ਵਿੱਚੋਂ ਸੀ, ਪ੍ਰਭੂ ਦੇ ਵਿੱਚ ਜੀ ਉੱਠਣ ਦੇ ਬਾਰੇ, ਜੀ ਉੱਠਣ ਦੀ ਸ਼ਕਤੀ ਦੇ ਬਾਰੇ। ਅੱਜ ਜੋ ਮੇਰਾ ਵਚਨ ਹੈ ਉਹ ਹੈ, ਇੱਕ ਵਿਸ਼ਵਾਸੀ ਨੂੰ ਹਮੇਸ਼ਾ ਆਤਮਿਕ ਯੁੱਧ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਕ ਵਿਸ਼ਵਾਸੀ ਨੂੰ ਹਮੇਸ਼ਾ ਆਤਮਿਕ ਯੁੱਧ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਔਰ ਇਸ ਦਾ ਵਚਨ ਜੋ ਹੈ ਮੈਂ ਅਫਸੀਆਂ 6 ਦਾ 11 ਵਿੱਚੋਂ ਲਿਆ ਹੈ। ਮੈਂ ਆਪ ਨੂੰ ਇਸ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਪਰਮੇਸ਼ਰ ਦੇ ਸਾਰੇ ਸ਼ਾਸਤਰ ਵਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿਦਰਾਂ ਦੇ ਸਾਹਮਣੇ ਖਲੋ ਸਕੋ। ਇਸ ਵਚਨ ਨੂੰ ਸਮਝਣ ਦੇ ਲਈ ਮੈਂ ਆਪ ਨੂੰ ਪ੍ਰਕਾਸ਼ ਦੀ ਪੋਥੀ ਉਸ ਦੇ 12 ਅਧਿਆਏ 9 ਤੋਂ 13 ਆਇਤਾਂ ਦੇ ਵਿੱਚ ਪੜ੍ਹ ਕੇ ਇੱਕ ਵਿਸ਼ਵਾਸੀ ਨੂੰ ਕਿਸ ਤਰ੍ਹਾਂ ਯੁੱਧ ਦੇ ਲਈ ਹਮੇਸ਼ਾ ਤਿਆਰ ਰਹਿਣਾ ਹੈ ਔਰ ਉਸ ਦੇ ਲਈ ਚੌਕੰਨਾਪਨ ਕਿਆ ਹੈ, ਚੌਕੰਨਾਪਨ ਕੀ ਹੈ, ਅਸੀਂ ਉਸ ਦੇ ਬਾਰੇ ਵੀ ਦੇਖਾਂਗੇ। ਇੱਥੇ 9 ਦੇ ਵਿੱਚ ਲਿਖਿਆ ਹੈ, ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਅਬਲੀਸ ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ, ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ, ਅਤੇ ਧਰਤੀ ਉੱਤੇ ਸੁੱਟਿਆ ਗਿਆ, ਅਤੇ ਉਹ ਦੂਤ ਉਹਦੇ ਨਾਲ ਸੁੱਟੇ ਗਏ। ਅਤੇ ਮੈਂ ਇੱਕ ਵੱਡੀ ਆਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ ਕਿ ਹੁਣ ਸਾਡੇ ਪਰਮੇਸ਼ਰ ਦੀ ਮੁਕਤੀ ਅਤੇ ਸਮਰੱਥਾ ਦਾ ਰਾਜ ਉਹਦੇ ਮਹਿਮਾ ਦਾ ਅਖਤਿਆਰ ਹੋ ਗਿਆ, ਕਿਉਂ ਜੋ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ਰ ਦੇ ਹਜ਼ੂਰ ਉਹਨਾਂ ਉੱਤੇ ਦਿਨ ਰਾਤ ਦੋਸ਼ ਲਾਉਂਦਾ ਹੈ, ਹੇਠਾਂ ਸੁੱਟਿਆ ਗਿਆ। ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਵਚਨ ਦੇ ਕਾਰਨ ਉਹਨਾਂ ਨੂੰ ਜਿੱਤ ਲਿਆ, ਅਤੇ ਮਰਨ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਜਾਤਾ। ਇਸ ਕਰਕੇ ਹੇ ਆਕਾਸ਼ੋ ਜਿਹੜੇ ਉਹਨਾਂ ਉੱਤੇ ਰਹਿੰਦੇ ਹੋ, ਤੁਸੀਂ ਆਨੰਦ ਕਰੋ। ਧਰਤੀ ਅਤੇ ਸਮੁੰਦਰ ਨੂੰ ਹਾਏ ਹਾਏ, ਇਸ ਲਈ ਜੋ ਸ਼ੈਤਾਨ ਤੁਹਾਡੇ ਕੋਲ ਉੱਤਰ ਆਇਆ ਹੈ, ਅਤੇ ਉਹਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਕਿ ਮੇਰਾ ਸਮਾਂ ਥੋੜਾ ਹੀ ਰਹਿੰਦਾ ਹੈ। ਜਾਂ ਉਸ ਅਜਗਰ ਨੇ ਡਿੱਠਾ ਕਿ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ, ਤਾਂ ਉਸ ਇਸਤਰੀ ਦੇ ਮਗਰ ਪਿਆ ਜਿਹੜੀ ਉਹ ਮੁੰਡਾ ਜਣੀ ਸੀ। ਇੱਥੇ ਅਸੀਂ ਵੇਖਦੇ ਹਾਂ ਕਿ 12 ਅਧਿਆਏ ਦਾ 9 ਤੋਂ 13 ਦੇ ਅਨੁਸਾਰ ਸ਼ੈਤਾਨ ਸਾਡੇ ਵਿਰੁੱਧ 3 ਹਥਿਆਰਾਂ ਦੀ ਵਰਤੋਂ ਕਰਦਾ ਹੈ। ਇੱਕ ਵਿਸ਼ਵਾਸੀ ਨੂੰ ਹਮੇਸ਼ਾ ਯੁੱਧ ਦੇ ਵਿੱਚ ਤਿਆਰ ਰਹਿਣ ਦੇ ਲਈ ਸ਼ੈਤਾਨ ਦੀਆਂ ਯੁਕਤੀਆਂ ਦੇ ਪ੍ਰਤੀ ਸਜਗ ਅਤੇ ਜਾਗਰਤ ਰਹਿਣ ਦੀ ਲੋੜ ਹੈ। ਕਿਉਂਕਿ ਮੈਂ ਇਹ ਵੀ ਆਪ ਦੇ ਲਈ ਪੜ੍ਹ ਰਿਹਾ ਹਾਂ, ਕੁਰਿੰਥੀਆਂ 2:11 ਵਿੱਚ ਲਿਖਿਆ ਹੈ,
ਭਾਈ ਸ਼ੈਤਾਨ ਸਾਡੇ ਨਾਲ ਹੱਥ ਨਾ ਕਰ ਜਾਏ, ਕਿਉਂ ਜੋ ਅਸੀਂ ਉਹਦੀਆਂ ਚਾਲਿਆਂ ਤੋਂ ਅਣਜਾਣ ਨਹੀਂ, ਭਾਵ ਉਹਦੀਆਂ ਯੁਕਤੀਆਂ ਤੋਂ ਅਣਜਾਣ ਨਹੀਂ। ਉਸ ਦੇ ਲਈ 3 ਗੱਲਾਂ ਹੈ ਜੋ ਸ਼ੈਤਾਨ ਵਿਸ਼ਵਾਸੀਆਂ ਦੇ ਜੀਵਨ ਦੇ ਵਿੱਚ ਕਰਦਾ ਹੈ। ਪਹਿਲੀ ਗੱਲ, ਉਹ ਭਰਮਾਉਂਦਾ ਹੈ। ਜਿਵੇਂ ਅਸੀਂ ਪ੍ਰਕਾਸ਼ ਦੀ ਪੋਥੀ 12:9 ਦੇ ਵਿੱਚ ਪੜ੍ਹਿਆ ਕਿ ਉਹ ਵਿਸ਼ਵਾਸੀਆਂ ਨੂੰ ਭਰਮਾਉਣ ਦਾ ਕੰਮ ਕਰਦਾ ਹੈ। ਨੰਬਰ 2, ਉਹ ਦੋਸ਼ ਲਾਉਂਦਾ ਹੈ। ਅਸੀਂ ਆਇਤ 10 ਦੇ ਵਿੱਚ ਪੜ੍ਹ ਚੁੱਕੇ ਹਾਂ। ਨੰਬਰ 3, ਉਹ ਸਤਾਉਣ ਵਾਲਾ ਹੈ ਅਤੇ ਉਹਨਾਂ ਦੀ ਜਿੰਦ ਦੇ ਉੱਤੇ ਹਮੇਸ਼ਾ ਉਹਨਾਂ ਨੂੰ ਨਾਸ਼ ਕਰਨ ਦੇ ਲਈ ਵੇਖਦਾ ਰਹਿੰਦਾ ਹੈ। 3 ਗੱਲਾਂ ਜੋ ਮੈਂ ਆਪ ਦੇ ਅੱਗੇ ਰੱਖੀਆਂ ਨੇ। ਪਹਿਲੀ ਗੱਲ, ਉਹ ਭਰਮਾਉਂਦਾ ਹੈ। ਹਰੇਕ ਤਰ੍ਹਾਂ ਦੀ ਉਹ ਝੂਠੀ ਸਿੱਖਿਆ ਨਾਲ ਪੂਰੀ ਦੁਨੀਆ ਨੂੰ ਭਰਮਾਉਂਦਾ ਹੈ। ਅਤੇ ਦੂਸਰਾ, ਕ੍ਰਾਂਤੀਆਂ ਦੇ ਅਨੁਸਾਰ ਉਹ ਚਾਨਣ ਦੇ ਰੂਪ ਧਾਰ ਕੇ ਇਹ ਕੰਮ ਕਰਦਾ ਹੈ। ਅਸੀਂ ਇਸ ਨੂੰ 4:4 ਵਿੱਚ ਪੜ੍ਹ ਸਕਦੇ ਹਾਂ। ਦੂਸਰਾ ਕ੍ਰਾਂਤੀਆਂ 4:4 ਦੇ ਵਿੱਚ ਲਿਖਿਆ ਹੈ, ਜਿਨ੍ਹਾਂ ਇਸ ਯੁੱਗ ਦੇ ਈਸ਼ਵਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ, ਮਤੇ ਮਸੀਹ ਜੋ ਪਰਮੇਸ਼ਰ ਦਾ ਸਵਰੂਪ ਹੈ, ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ। ਮਤਲਬ ਅੱਜ ਸੰਸਾਰ ਦੇ ਵਿੱਚ ਹੋ ਕੀ ਰਿਹਾ ਹੈ, ਇੱਕ ਵਿਸ਼ਵਾਸੀ ਨੂੰ ਸਮਝਣਾ ਚਾਹੀਦਾ ਹੈ। ਪਰਮੇਸ਼ਵਰ ਨੇ ਵਿਸ਼ਵਾਸੀ ਨੂੰ ਜ਼ਿੰਮੇਵਾਰੀ ਕੀ ਦਿੱਤੀ ਹੈ? ਜਾਓ, ਜਾ ਕੇ ਸਰਵੋੱਚ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਅੱਜ ਮਨੁੱਖ ਖੁਸ਼ਖਬਰੀ ਦੀ ਪ੍ਰਚਾਰ ਕਰਨ ਦੀ ਬਜਾਏ ਉਹ ਕੀ ਕਰ ਰਿਹਾ ਹੈ? ਧਿਆਨ ਦੇਣਾ ਹੈ। ਅਚਰਜ ਕੰਮਾਂ ਦੇ ਪਿੱਛੇ ਚੱਲ ਪਿਆ ਹੈ, ਝੂਠੀ ਸਿੱਖਿਆ ਦੇ ਮਗਰ ਤੁਰ ਪਿਆ ਹੈ। ਤੀਸਰਾ, ਉਹ ਭਵਿੱਖਬਾਣੀਆਂ ਦੀਆਂ ਗੱਲਾਂ ਦੇ ਉੱਤੇ ਆਪਣੇ ਆਪ ਨੂੰ ਚਿੱਤ ਲਾਉਣ ਲੱਗ ਗਿਆ ਹੈ। ਮੈਂ ਕਹਿੰਦਾ ਹਾਂ, ਅਚਰਜ ਦੇ ਕੰਮ ਦੁਨੀਆ ਵੀ ਕਰਦੀ ਹੈ, ਦੁਨੀਆ ਦੇ ਵਿੱਚ ਹੋ ਰਹੇ ਹੈ। ਈਸ਼ਵਰ, ਸ਼ੈਤਾਨ ਦਾ ਈਸ਼ਵਰ। ਅਗਰ ਤੁਸੀਂ ਦੂਸਰਾ ਥੈਸਲੋਨੀਕ ਦੀ ਪੁਸਤਕ ਉਹਦਾ 2 ਅਧਿਆਏ ਪੜ੍ਹੋ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ, ਇਸ ਯੁੱਗ ਦਾ ਈਸ਼ਵਰ, ਜਿਸ ਨੂੰ ਇੱਥੇ ਅਜਗਰ ਵੀ ਕਿਹਾ ਗਿਆ, ਅਬਲੀਸ ਵੀ ਕਿਹਾ ਗਿਆ, ਉਹ ਵੀ ਵਿਸ਼ਵਾਸੀਆਂ ਦੇ ਵਿੱਚ ਚਮਤਕਾਰ ਕਰਕੇ ਉਹਨਾਂ ਨੂੰ ਪਰਮੇਸ਼ਰ ਦੀ ਖੁਸ਼ਖਬਰੀ ਦੇ ਸੰਦੇਸ਼ ਤੋਂ ਦੂਰ ਕਰ ਰਿਹਾ ਹੈ। ਖੁਸ਼ਖਬਰੀ ਕੀ ਹੈ? ਮਸੀਹ ਯਸੂ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ ਅਤੇ ਹੁਣ ਉਹ ਜ਼ਿੰਦਾ ਪਰਮੇਸ਼ਰ ਹੈ। ਇਸ ਖੁਸ਼ਖਬਰੀ ਤੋਂ ਉਹ ਕੀ ਕਰ ਰਿਹਾ? ਆਪਣੀ ਝੂਠੀ ਸਿੱਖਿਆ ਦੇ ਨਾਲ, ਝੂਠੇ ਵਾਅਦਿਆਂ ਦੇ ਨਾਲ, ਝੂਠੇ ਕੰਮਾਂ ਦੇ ਨਾਲ ਸਾਨੂੰ ਭਰਮਾ ਰਿਹਾ ਹੈ। ਸਾਨੂੰ ਇਸ ਤਰ੍ਹਾਂ ਦੀ ਕਰਨ ਦੀ ਲੋੜ ਨਹੀਂ, ਸਾਨੂੰ ਉਹਨਾਂ ਦੇ ਪਿੱਛੇ ਜਾਣ ਦੀ ਲੋੜ ਨਹੀਂ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣਾ ਵਚਨ ਦਿੱਤਾ ਹੈ ਕਿ ਅਸੀਂ ਪਰਮੇਸ਼ਵਰ ਦੀ ਪਛਾਣ ਵਿੱਚ ਵਧਦੇ ਜਾਣਾ ਹੈ। ਜਿਵੇਂ ਜਿਵੇਂ ਅਸੀਂ ਪਰਮੇਸ਼ਵਰ ਦੀ ਪਛਾਣ ਦੇ ਵਿੱਚ ਵਧਦੇ ਜਾਵਾਂਗੇ, ਉਵੇਂ ਉਵੇਂ ਪਰਮੇਸ਼ਵਰ ਦਾ ਸੁਭਾਅ ਸਾਡੇ ਵਿੱਚ ਵਧਦਾ ਜਾਏਗਾ ਅਤੇ ਦੁਸ਼ਟ ਦਾ ਸਾਡੇ ਉੱਤੇ ਕਿਸੇ ਵੀ ਪ੍ਰਕਾਰ ਦਾ ਹੱਥ ਨਹੀਂ ਹੋਵੇਗਾ। ਇਸੇ ਕਰਕੇ ਤਾਂ ਯਹੋਨਾ ਨੇ ਬੇਨਤੀ ਕੀਤੀ ਸੀ 3 ਅਧਿਆਏ ਯਹੋਨਾ ਦੇ ਵਿੱਚ, ਜਦੋਂ ਅਸੀਂ 30 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਕਹਿੰਦਾ, ਪ੍ਰਭੂ ਤੂੰ ਵਧੇ ਤੇ ਮੈਂ ਘਟਾਂ। ਕਿਉਂ ਕਹਿ ਰਿਹਾ? ਕਾਹਤੇ ਕਹਿ ਰਿਹਾ? ਇਸ ਲਈ ਕਿ ਅਸੀਂ ਇਸ ਸੰਸਾਰ ਦੀ ਸਿੱਖਿਆ ਅਤੇ ਸੰਸਾਰ ਦੇ ਭਰਮਾਏ ਜਾਣ ਤੋਂ ਅਸੀਂ ਆਪਣੇ ਆਪ ਨੂੰ ਬਚਾ ਲਈਏ। ਭਰਮਾਏ ਜਾਣ ਦੇ ਵਿੱਚ ਕਈਆਂ ਨੇ ਸਵਾਲ ਕੀਤਾ, ਪਿਛਲੇ ਦਿਨਾਂ ਦੇ ਵਿੱਚ ਇਹ ਗੱਲਬਾਤ ਹੋਈ ਹੈ ਕਿ ਯਿਸੂ ਮਸੀਹ ਦਾ ਜਨਮ ਕਦੋਂ ਹੋਇਆ ਅਤੇ ਯਿਸੂ ਮਸੀਹ ਦੀ ਮੌਤ ਕਦੋਂ ਹੋਈ। ਮੈਂ ਆਪ ਨੂੰ ਦੱਸ ਦੇਵਾਂ ਕਿ ਜਦੋਂ ਅਸੀਂ ਯਹੂਦਾ ਦੀ ਪੱਤਰੀ ਪੜ੍ਹਦੇ ਹਾਂ ਤਾਂ ਸ਼ੈਤਾਨ ਜਿਹੜਾ ਹੈ ਉਹ ਮੂਸਾ ਦੀ ਲੋਥ ਦੇ ਉੱਤੇ ਉਹਨਾਂ ਨਾਲ ਵਾਦ ਵਿਵਾਦ ਕਰ ਰਿਹਾ ਹੈ। ਪਰ ਉੱਥੇ ਸਵਰਗਦੂਤ ਨੇ ਕੋਈ ਵੀ ਉਸ ਲੋਥ ਦੇ ਉੱਤੇ ਵਾਦ ਵਿਵਾਦ ਨਾ ਕਰਦੇ ਹੋਏ ਉੱਥੇ ਉਸ ਨੂੰ ਕਿਹਾ ਕਿ ਪਰਮੇਸ਼ਵਰ ਤੈਨੂੰ ਝਿੜਕੇ, ਅਸੀਂ ਨਹੀਂ ਕਰ ਸਕਦੇ, ਅਸੀਂ ਤੈਨੂੰ ਝਿੜਕ ਨਹੀਂ ਸਕਦੇ, ਪਰਮੇਸ਼ਵਰ ਤੈਨੂੰ ਝਿੜਕੇ।
ਇਹਦਾ ਮਤਲਬ ਇਹ ਅਖਤਿਆਰ ਕਿਹਦਾ ਹੈ? ਪਰਮੇਸ਼ਰ। ਮੈਂ ਆਪਣੇ ਉੱਤੇ ਪਰਮੇਸ਼ਰ ਦਾ ਅਖਤਿਆਰ ਨਹੀਂ ਲੈ ਸਕਦਾ। ਪਰਮੇਸ਼ਰ ਨੇ ਮੈਨੂੰ ਇੱਕੋ ਹੀ ਜ਼ਿੰਮੇਵਾਰੀ ਦਿੱਤੀ, ਉਹ ਧਿਆਨ ਰੱਖਣਾ ਹੈ। ਕੀ ਦਿੱਤੀ ਹੈ? ਕਿ ਜਾਓ ਜਾ ਕੇ, ਵਿਸ਼ਵਾਸੀ ਜਾਓ ਜਾ ਕੇ ਸਰਵੋੱਚ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਦੋਂ ਅਸੀਂ ਪਰਮੇਸ਼ਰ ਦੇ ਹਥਿਆਰਾਂ ਦੀ ਵੀ ਗੱਲ ਕਰਦੇ ਹਾਂ ਤਾਂ ਉਹਨਾਂ ਵਿੱਚ ਇਹ ਪਰਮੇਸ਼ਰ ਦੀ ਖੁਸ਼ਖਬਰੀ ਦੇ ਹਥਿਆਰ ਸਾਡੇ ਵਿੱਚ ਆਉਂਦੇ ਹੈ, ਜਿਹਦੇ ਨਾਲ ਅਸੀਂ ਇਸ ਖੁਸ਼ਖਬਰੀ ਦੇ ਨਾਲ ਫਾਈਟ ਕਰਨੀ ਹੈ। ਸੰਸਾਰ ਦੇ ਲੋਕਾਂ ਦੇ ਵਿੱਚ ਉਹਨਾਂ ਨੂੰ ਇਸ ਬਲਦੀ ਅੱਗ ਦੇ ਵਿੱਚੋਂ ਧੂ ਕੇ ਕੱਢਣਾ ਹੈ ਅਤੇ ਬਚਾਉਣਾ ਹੈ। ਇਹ ਡਿਊਟੀ ਦਿੱਤੀ ਹੈ। ਇਹਦਾ ਮਤਲਬ ਇਸ ਯੁੱਗ ਦਾ ਈਸ਼ਵਰ ਪਹਿਲਾਂ ਸਾਨੂੰ ਝੂਠੀ ਸਿੱਖਿਆ ਤੇ ਹੋਰ ਕਈ ਚੀਜ਼ਾਂ ਨਾਲ ਭਰਮਾਉਂਦਾ ਹੈ। ਦੂਜੀ ਗੱਲ ਅਸੀਂ ਦੇਖਦੇ ਹਾਂ ਕਿ ਉਹ ਭਰਾਵਾਂ ਦੇ ਉੱਤੇ ਦੋਸ਼ ਲਾਉਣ ਵਾਲਾ ਹੈ, ਜਿਵੇਂ ਸਾਮਵਾਦੀਆਂ ਦੇ ਦੁਆਰਾ ਹੋਇਆ ਅਤੇ ਤਿਵੇਂ ਵਿਸ਼ਵਾਸੀਆਂ ਦੀ ਗ੍ਰਿਫਤਾਰੀ ਕੀਤੀ ਗਈ। ਉਹਨਾਂ ਦੇ ਵਿਰੁੱਧ ਮੁਕੱਦਮਾ ਚੱਲੇਗਾ ਅਤੇ ਕਈ ਅਪਰਾਧਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ। ਇਹ ਹੁੰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸ਼ੈਤਾਨ ਦਾ ਕੰਮ ਕੀ ਹੈ? ਇਸ ਯੁੱਗ ਦੇ ਈਸ਼ਵਰ ਦਾ ਕੰਮ ਕੀ ਹੈ? ਸਾਡੇ ਉੱਤੇ ਦੋਸ਼ ਲਾ ਕੇ ਸਾਨੂੰ ਪਰਮੇਸ਼ਰ ਦੀ ਸੇਵਾ ਤੋਂ ਦੂਰ ਕਰਨਾ, ਸਾਨੂੰ ਪਰਮੇਸ਼ਰ ਦੇ ਰਾਜ ਦੇ ਕੰਮ ਤੋਂ ਪੂਰੀ ਤਰ੍ਹਾਂ ਨਾਲ ਵਰਜਿਤ ਕਰਨਾ। ਅੱਜ ਤੁਸੀਂ ਜਾਣਦੇ ਹੋਵੋਗੇ ਕਿ ਕਿਸ ਤਰ੍ਹਾਂ ਮਤਲਬ ਕਿ ਪਰਮੇਸ਼ਰ ਦੇ ਦਾਸਾਂ ਦੇ ਉੱਤੇ ਦੋਸ਼ ਲਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭਰਿਆ ਜਾ ਰਿਹਾ ਹੈ, ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਉਹਨਾਂ ਨੂੰ ਅਦਾਲਤਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਬਾਈਬਲ ਦੇ ਵਿੱਚ ਲਿਖਿਆ ਹੈ, ਤੁਹਾਡੇ ਨਾਲ ਲੋਕ ਅਜਿਹਾ ਕਰਨਗੇ ਮੇਰੇ ਨਾਮ ਦੇ ਕਾਰਨ, ਪਰ ਤੁਸੀਂ ਡਰਨਾ ਨਹੀਂ, ਤੁਸੀਂ ਘਬਰਾਉਣਾ ਨਹੀਂ, ਕਿਉਂਕਿ ਮੇਰਾ ਆਤਮਾ ਉਸ ਵੇਲੇ ਤੁਹਾਨੂੰ ਦੱਸੇਗਾ ਕਿ ਤੁਸੀਂ ਕੀ ਕਰਨਾ ਹੈ। ਅਤੇ ਉੱਥੇ ਸ਼ਬਦ ਜਿਹੜੇ ਮੇਰੇ ਬੋਲਣ ਦੇ ਹੋਣਗੇ, ਮੇਰੇ ਨਹੀਂ ਹੋਣਗੇ, ਪਰਮੇਸ਼ਰ ਦੇ ਉਸ ਆਤਮਾ ਦੇ ਹੋਣਗੇ, ਜਿਹੜਾ ਮੈਨੂੰ ਇਸ ਦੁਨੀਆ ਦੇ ਵਿੱਚ ਹਰ ਇੱਕ ਗੱਲ ਦਾ ਪ੍ਰਤੀ ਉੱਤਰ ਦੇਣਾ ਸਿਖਾਉਂਦੇ ਨੇ। ਪਰਮੇਸ਼ਰ ਪੁੱਤਰ ਦੇ ਨਾਲ ਵੀ ਇਸ ਯੁੱਗ ਦੇ ਈਸ਼ਵਰ ਨੇ ਵਾਰਤਾਲਾਪ ਕੀਤਾ ਜਦੋਂ ਬਪਤਿਸਮਾ ਲੈ ਕੇ ਉਹ ਉਸ ਨੂੰ ਜੰਗਲ ਦੇ ਵਿੱਚ ਲੈ ਗਿਆ ਪ੍ਰੀਖਿਆ ਦੇ ਲਈ, ਔਰ ਉੱਥੇ ਉਸ ਨੇ ਵਚਨ ਨੂੰ ਤੋੜ ਕੇ, ਮਤਲਬ ਕਿ ਵਚਨ ਉਹੀ ਦਿੱਤਾ ਗਿਆ, ਪਰ ਉਸ ਦੇ ਅਨੁਸਾਰ ਪਰਮੇਸ਼ਵਰ ਦੀ ਆਗਿਆ ਨੂੰ ਤੋੜਨ ਦਾ ਉਸ ਨੇ ਇਸ ਜਗ੍ਹਾ ਦੇ ਉੱਤੇ ਕੰਮ ਕੀਤਾ ਕਿ ਮੈਂ ਜਿਸੇ ਤਰ੍ਹਾਂ ਉਹ ਤੋੜੇਗਾ ਮੈਂ ਉਸ ਦੇ ਉੱਤੇ ਦੋਸ਼ ਲਾਂ। ਪਰ ਪ੍ਰਭੂ ਯਿਸੂ ਮਸੀਹ ਨੇ ਬੜੀ ਸੂਝਵਾਨੀ ਦੇ ਨਾਲ ਉਸੇ ਦੇ ਵਚਨ ਦਾ ਉਸ ਨੂੰ ਜਵਾਬ ਦਿੱਤਾ। ਸਾਨੂੰ ਵੀ ਇਸ ਤਰ੍ਹਾਂ ਆਉਣਾ ਚਾਹੀਦਾ ਹੈ। ਇਸ ਕਰਕੇ ਅਸੀਂ ਕੀ ਕਹਿੰਦੇ ਹਾਂ ਵਿਸ਼ਵਾਸੀਆਂ ਨੂੰ ਬਾਰ-ਬਾਰ, ਬਾਈਬਲ ਪੜ੍ਹੋ, ਬਾਈਬਲ ਪੜ੍ਹੋ, ਬਾਈਬਲ ਪੜ੍ਹੋ, ਕਿਉਂਕਿ ਤੁਹਾਨੂੰ ਉਸ ਦੇ ਵਿਰੋਧੀ ਨੂੰ ਉੱਤਰ ਦੇਣਾ ਆ ਜਾਵੇ। ਅਸੀਂ ਬਾਈਬਲ ਨੂੰ ਨਾ ਪੜ੍ਹ ਕੇ ਦੂਸਰਿਆਂ ਦੇ ਕੋਲ ਜਾਂਦੇ ਹਾਂ, ਦੂਸਰਿਆਂ ਦੇ ਨਾਲ ਗੱਲਾਂ ਕਰਦੇ ਹਾਂ, ਉਹ ਗਲਤ ਹੈ। ਅੱਜ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਬਾਰੇ, ਅੱਜ ਉਸ ਦੀ ਮੌਤ ਦੇ ਬਾਰੇ ਸਵਾਲ ਹੋ ਰਿਹਾ ਹੈ। ਕਿਸੇ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਮਰਨਾ ਹੈ ਉਹ ਹੋਇਆ ਹੀ ਨਹੀਂ। ਕਿਸੇ ਨੇ ਇਹ ਕਹਿਤਾ ਉਹ ਮਰਿਆ ਸੀ, ਉਹ ਜੀ ਉੱਠਿਆ ਹੀ ਨਹੀਂ। ਉਹ ਆਪਣੇ ਹਵਾਲੇ ਦਿੰਦੇ ਆ। ਬਟ ਬਾਈਬਲ ਕੀ ਕਹਿੰਦੀ ਹੈ ਮੈਨੂੰ ਉਸ ਦੇ ਬਾਰੇ ਪਤਾ ਹੋਣਾ ਚਾਹੀਦਾ। ਬਾਈਬਲ ਕੀ ਸਿਖਾਉਂਦੀ ਹੈ ਮੈਨੂੰ ਉਸ ਦੇ ਬਾਰੇ ਪਤਾ। ਬਾਈਬਲ ਤੋਂ ਇਤਿਹਾਸ ਸ਼ੁਰੂ ਹੋਇਆ, ਯਾਦ ਰੱਖੋ। AD और BC बाइबल तो शुरू हुई है। AD का मतलब आफ्टर डेथ, मतलब कि मसीह की मौत तो बाद, और जड़ा है BC वो है मसीह की मौत तो पहला। ये दो चीज़ां तो इतिहास साडे विच चल रहा है। ਅਸੀਂ ਉਹਨਾਂ ਨੂੰ ਸਮਝਣਾ ਹੈ। ਜੇ ਅਸੀਂ ਇਹ ਚੀਜ਼ਾਂ ਨਹੀਂ ਸਮਝ ਰਹੇ ਹਾਂ ਤਾਂ ਅਸੀਂ ਕਦੇ ਵੀ ਪਰਮੇਸ਼ਵਰ ਅਤੇ ਪਰਮੇਸ਼ਵਰ ਦੀ ਯੋਜਨਾ ਨੂੰ ਅਸੀਂ ਪਿਆਰੋ ਜਾਣ ਨਹੀਂ ਸਕਦੇ। ਪਰਮੇਸ਼ਵਰ ਮੇਰੇ ਨਾਲ ਗੱਲਾਂ ਕਰਨਾ ਚਾਹੁੰਦਾ ਹੈ, ਪਰਮੇਸ਼ਵਰ ਮੈਨੂੰ ਸਿਖਾਉਣਾ ਚਾਹੁੰਦਾ, ਪਰਮੇਸ਼ਵਰ ਮੈਨੂੰ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਯੁੱਧ ਲੜਨਾ ਹੈ, ਕਿਸ ਤਰ੍ਹਾਂ ਤੁਸੀਂ ਮੇਰੀ ਤਲਵਾਰ ਨੂੰ ਫੜ ਕੇ ਚਲਾਉਣਾ ਹੈ। बिना सोच बिना समझ तो असी तलवार नहीं चला सकते। ये कला परमेश्वर अपने लोगों को दिंदा है।
ਪਰ ਅਸੀਂ ਉਹਦੇ ਕੋਲ ਟਾਈਮ ਬਤੀਤ ਨਹੀਂ ਕਰਨਾ ਚਾਹੁੰਦੇ। ਅਸੀਂ ਸੰਸਾਰ ਅਤੇ ਸੰਸਾਰ ਦੀਆਂ ਗੱਲਾਂ ਦੇ ਵਿੱਚ ਸਮਾਂ ਬਤੀਤ ਕਰ ਰਹੇ ਹਾਂ। ਇਹੋ ਚੀਜ਼ ਤਾਂ ਇੱਥੇ ਯੂਜ਼ ਕਰ ਰਿਹਾ। ਕਈ ਵਾਰ ਜ਼ਿਆਦਾਤਰ ਮੈਂ ਕੀ ਦੇਖਿਆ ਹੈ, ਵਿਸ਼ਵਾਸੀ ਲੋਕ ਇੱਕ ਦੂਸਰੇ ਦੇ ਉੱਤੇ ਦੋਸ਼ਾਰੋਪਣ ਕਰਦੇ ਰਹਿੰਦੇ ਆ। ਇਹ ਕੰਮ ਕਿਹਦਾ ਹੈ? ਸ਼ੈਤਾਨ। ਇਹ ਉਹ ਲੋਕ ਕਰਦੇ ਆ ਜਿਹੜੇ ਕੰਨਾਂ ਦੇ ਕੱਚੇ ਆ। ਇਹ ਉਹ ਲੋਕ ਕਰਦੇ ਆ ਜਿਹੜੇ ਬਾਈਬਲ ਨੂੰ ਨਹੀਂ ਪੜ੍ਹਦੇ। ਇਹ ਉਹ ਲੋਕ ਕਰਦੇ ਆ ਜਿਹੜੇ ਸੰਸਾਰ ਦੀਆਂ ਗਤੀਵਿਧੀਆਂ ਦੇ ਵਿੱਚ ਲਵਲੀਨ ਰਹਿੰਦੇ। ਉਹਨਾਂ ਦਾ ਕੰਮ ਹੈ ਦੂਸਰਿਆਂ ਦੇ ਉੱਤੇ ਦੋਸ਼ ਲਾਉਣਾ। ਉਹ ਹਮੇਸ਼ਾ ਦੋਸ਼ ਹੀ ਲੱਭਦੇ ਰਹਿੰਦੇ ਆ। ਪਰ ਜਿਹੜੇ ਪਰਮੇਸ਼ਰ ਦੇ ਬੰਦੇ ਆ ਉਹ ਦੋਸ਼ ਨੂੰ ਪਿੱਛੇ ਛੱਡ ਕੇ ਪਰਮੇਸ਼ਰ ਦੇ ਵਚਨ ਦੇ ਵਿੱਚ ਅੱਗੇ ਵਧਦੇ ਰਹਿੰਦੇ। ਉਹ ਕਦੇ ਵੀ ਉਹਨਾਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੰਦੇ। ਇਸ ਤੋਂ ਬਾਅਦ ਅਸੀਂ ਤੀਸਰੀ ਗੱਲ ਦੇਖਦੇ ਹਾਂ। ਜਿਵੇਂ ਤੀਸਰੀ ਗੱਲ ਹੈ ਸਤਾਉਣ ਵਾਲਾ। ਜਿਵੇਂ ਚੀਨ, ਰੂਸ ਅਤੇ ਹੋਰ ਦੇਸ਼ਾਂ ਵਿੱਚ ਹੋਇਆ, ਤਿਵੇਂ ਹੀ ਸਤਾਉਣ ਵਾਲਿਆਂ ਦੇ ਕਾਰਨ ਵਿਸ਼ਵਾਸੀਆਂ ਨੂੰ ਪੀੜਾ ਅਤੇ ਸੰਤਾਪ ਸਹਿਣਾ ਪਵੇਗਾ। ਤੁਸੀਂ ਕੀ ਸੋਚਦੇ ਹੋ? ਸਾਡੇ ਕੋਲ ਵਚਨ ਐਵੇਂ ਪਹੁੰਚ ਗਿਆ, ਸਾਡੇ ਹੱਥਾਂ ਦੇ ਵਿੱਚ ਬਾਈਬਲ ਐਵੇਂ ਪਹੁੰਚ ਗਈ। ਬਹੁਤ ਸਾਰੇ ਵਿਸ਼ਵਾਸੀ ਭਰਾਵਾਂ ਨੇ ਇਸ ਦੇ ਲਈ ਪਰਮੇਸ਼ਵਰ ਦੇ ਵਿੱਚ ਹੋ ਕੇ ਇਸ ਸੰਸਾਰ ਦੇ ਈਸ਼ਵਰ ਨਾਲ ਯੁੱਧ ਲੜਿਆ, ਜਿਸ ਦੇ ਕਾਰਨ ਅੱਜ ਪਰਮੇਸ਼ਰ ਦਾ ਵਚਨ ਸਾਡੇ ਹੱਥਾਂ ਤੱਕ ਪਹੁੰਚਿਆ ਹੈ। ਇਸ ਦੇ ਵਿੱਚ ਉਹਨਾਂ ਨੇ ਸਤਾਵਟ ਸਹੀ ਹੈ। ਆਸਟ੍ਰੇਲੀਆ ਦਾ ਇਤਿਹਾਸ ਦੇਖ ਲਓ ਤਾਂ ਉਹ ਖੂਨ ਦਾ ਇਤਿਹਾਸ ਹੈ। ਉੱਥੇ ਬੇਦਾਰੀ ਐਵੇਂ ਨਹੀਂ ਆਈ। ਲੋਕ ਕਹਿੰਦੇ ਆ ਆਸਟ੍ਰੇਲੀਆ ਤਾਂ ਕ੍ਰਿਸਚਨ ਕੰਟਰੀ ਹੈ। ਉਸ ਤੋਂ ਪਹਿਲਾਂ ਕੀ ਸੀ? ਅਮਰੀਕਾ ਇਸ ਤੋਂ ਪਹਿਲਾਂ ਕੀ ਸੀ? ਜਾਪਾਨ ਦੇ ਵਿੱਚ ਕੀ ਸੀ? ਪਿਆਰੋ, ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਮੈਂ ਕਹਿੰਦਾ ਹਾਂ ਜਿਹੜੇ ਲੋਕ ਆਪਣਾ BA ਕਰਦੇ ਆ ਜਾਂ ਜਿਹੜੇ 10ਵੀਂ ਕਰ ਰਹੇ ਆ, +2 ਕਰ ਰਹੇ ਆ, ਉਹਨਾਂ ਨੂੰ ਉਹਨਾਂ ਦੇ ਕੋਲ ਜਾ ਕੇ ਇਤਿਹਾਸ ਦੇ ਬਾਰੇ ਫਰੋਲੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਹਿਲੇ ਵਿਸ਼ਵ ਯੁੱਧ ਅਤੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਕੀ ਸੀ। ਕਮਿਊਨਿਜ਼ਮਵਾਦ, ਕਮਿਊਨਿਸਟਵਾਦ, ਇਹ ਪੂਰੇ ਵਰਲਡ ਦੇ ਵਿੱਚ ਸੀ। ਪਹਿਲੀ ਸ਼ਤਾਬਦੀ ਦੇ ਵਿੱਚ ਰੋਮਨ ਅੰਪਾਇਰ ਸੀ। ਯਿਸੂ ਮਸੀਹ ਦੇ ਸਮੇਂ ਦੇ ਵਿੱਚ ਰੋਮਨ ਅੰਪਾਇਰ ਰਾਜ ਕਰ ਰਿਹਾ ਸੀ। ਸਿਕੰਦਰ ਮਹਾਨ ਜੋ 360 ਦੇ ਵਿੱਚ 365 ਦੇ ਵਿੱਚ ਜਾ ਕੇ ਉਸ ਨੇ ਜੋ ਲੜਾਈਆਂ ਲੜੀਆਂ ਔਰ ਉਹ ਪੂਰੇ ਹਿੰਦੁਸਤਾਨ ਮਤਲਬ ਕਿ ਪੂਰੇ ਵਰਲਡ ਦੇ ਵਿੱਚ 1/3 ਹਿੱਸਾ ਜਿੱਤਿਆ, ਜਿਸ ਦੇ ਵਿੱਚ ਉਸ ਨੇ ਰੋਮਨ ਲੈਂਗੁਏਜ ਨੂੰ ਉਦੇ ਕੀਤਾ ਸੀ। ਅੱਜ ਉਹ ਰੋਮਨ ਲੈਂਗੁਏਜ ਸਾਡੇ ਕੋਲ ਹੈ। ਪਿਆਰੋ, ਅਸੀਂ ਇਹ ਧਿਆਨ ਨਾਲ ਸਮਝਣਾ ਹੈ। ਜਿਵੇਂ ਜਿਵੇਂ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਅਸੀਂ ਅੱਗੇ ਨਿਕਲਾਂਗੇ, ਸਤਾਪ ਸਾਨੂੰ ਆਏਗਾ। ਕਿਉਂ? ਕਿਉਂਕਿ ਇਸ ਯੁੱਗ ਦਾ ਈਸ਼ਵਰ ਨਹੀਂ ਚਾਹੁੰਦਾ ਕਿ ਸਭ ਲੋਕ ਪਵਿੱਤਰਤਾ ਦੇ ਵਿੱਚ ਚੱਲ ਕੇ ਪਰਮੇਸ਼ਰ ਦੀ ਸੰਤਾਨ ਬਣ ਜਾਣ। ਉਹ ਨਹੀਂ ਚਾਹੁੰਦਾ ਪਰਮੇਸ਼ਰ ਦੀ ਸੰਤਾਨ ਬਣ। ਉਹ ਚਾਹੁੰਦਾ ਹੈ ਇਸ ਸੰਸਾਰ ਭਾਵੇਂ ਮਤਲਬ ਕਿ ਭਾਵ ਇਸ ਸੰਸਾਰ ਦੇ ਵਿੱਚ ਸ਼ੈਤਾਨ ਦੀ ਸੰਤਾਨ ਬਣ ਕੇ ਨਾਸ਼ ਹੋ ਜਾਣ। ਪਰ ਪਰਮੇਸ਼ਵਰ ਮੈਨੂੰ ਜੀਵਨ ਦੇ ਕੇ ਪਰਮੇਸ਼ਰ ਦੀ ਸੰਤਾਨ ਬਣਾਉਣਾ ਚਾਹੁੰਦਾ, ਹਮੇਸ਼ਾ ਹਮੇਸ਼ਾ ਦੇ ਲਈ। ਉਸ ਦੇ ਲਈ ਮੈਨੂੰ ਯੁੱਧ ਲੜਨਾ ਪਏਗਾ। ਯੁੱਧ ਸਾਡੇ ਵਿੱਚ ਆਤਮਿਕ ਹੈ। ਉਹ ਕਿੱਦਾਂ ਹੈ? ਪਰਮੇਸ਼ਵਰ ਦੇ ਵਚਨ ਦੇ ਨਾਲ ਲੜਨਾ ਹੈ, ਪ੍ਰਾਰਥਨਾ ਦੇ ਨਾਲ ਲੜਨਾ ਹੈ, ਆਤਮਿਕ ਸ਼ਕਤੀ ਦੇ ਨਾਲ ਲੜਨਾ ਹੈ। ਇਹ 3 ਤਰੀਕੇ ਹੈ। ਜੇ ਅਸੀਂ ਇਹ 3 ਤਰੀਕੇ ਨਹੀਂ ਯੂਜ਼ ਕਰ ਰਹੇ ਹਾਂ ਤਾਂ ਅਸੀਂ ਹਾਰ ਜਾਵਾਂਗੇ। ਮੈਂ ਬਹੁਤ ਸਾਰੇ ਹਾਰੇ ਹੋਏ ਵਿਸ਼ਵਾਸੀ ਇੱਦਾਂ ਦੇ ਦੇਖੇ ਹੈ ਜਿਹੜੇ ਬੈਕਸਲਾਈਡ ਹੋ ਗਏ। ਕਿਉਂ? ਉਹਨਾਂ ਦੇ ਵਿੱਚ ਇਹ 3 ਚੀਜ਼ਾਂ ਨਹੀਂ ਸੀ। ਨਾ ਤਾਂ ਉਹ ਬਾਈਬਲ ਪੜ੍ਹਦੇ ਸੀ, ਨਾ ਉਹ ਪ੍ਰਾਰਥਨਾ ਕਰਦੇ ਸੀ, ਨਾ ਉਹ ਆਤਮਿਕਤਾ ਦੇ ਯੁੱਧ ਨੂੰ ਆਪਣੇ ਜੀਵਨ ਦੇ ਵਿੱਚ ਕੋਈ ਗੱਲ ਨਹੀਂ ਹੋਣ ਦੇ, ਫਿਰ ਦੇਖ ਲਵਾਂ, ਇਸ ਤਰੀਕੇ ਨਾਲ ਆਪਣਾ ਕਰਦੇ। ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਬਾਈਬਲ ਪੜ੍ਹਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਯੁੱਧ ਦੀ ਕਲਾ ਨੂੰ ਜਿੱਤ ਲਿਆ ਹੈ। ਯਿਸੂ ਮਸੀਹ ਦੇ ਯੁੱਧ ਦੀ ਕਲਾ ਨੂੰ ਜਿੱਤ ਲਿਆ ਹੈ। ਯਿਸੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ, ਪਰ ਬਾਈਬਲ ਸਾਨੂੰ ਉਸ ਦੁਸ਼ਟ ਦੀਆਂ ਸਾਰੀਆਂ ਯੁਕਤੀਆਂ ਤੋਂ ਸਾਨੂੰ ਜਿੱਤਣ ਦੇ ਲਈ ਬਲ ਦਿੰਦੀ ਹੈ। ਇਸ ਲਈ ਪਰਮੇਸ਼ਰ ਪੁੱਤਰ ਨੇ ਕਿਹਾ ਹਮੇਸ਼ਾ ਜਾਗਦੇ ਰਹੋ। ਕਾਹਦੇ ਲਈ? ਵਚਨ ਦੇ ਲਈ। ਵਚਨ ਦੇ ਪ੍ਰਤੀ ਸਜਗ ਰਹੋ ਤਾਂ ਕਿ ਦੁਸ਼ਟ ਤੁਹਾਡੇ ਅੱਗੇ ਪਿੱਛੇ ਆ ਕੇ ਤੁਹਾਨੂੰ ਨਾਸ਼ ਨਾ ਕਰ ਦੇਵੇ। ਇਸ ਗੱਲ ਦੇ ਲਈ ਅਸੀਂ ਹਮੇਸ਼ਾ
ਤਿਆਰ ਰਹਿਣਾ ਹੈ। ਬਾਈਬਲ ਦੇ ਵਿੱਚ ਹਮੇਸ਼ਾ ਸਾਡੀ ਲੜਾਈ ਮਾਸ ਅਤੇ ਲਹੂ ਦੇ ਨਾਲ ਨਹੀਂ ਹੈ, ਸੰਸਾਰ ਦੀਆਂ ਉਹਨਾਂ ਅੰਧਕਾਰ ਤਾਕਤਾਂ ਨਾਲ ਜੋ ਹਵਾ ਦੇ ਵਿੱਚ, ਆਕਾਸ਼ ਦੇ ਵਿੱਚ ਹੈ, ਉਹਨਾਂ ਦੇ ਨਾਲ ਹੈ। ਮਾਸ ਅਤੇ ਲਹੂ ਮਨੁੱਖਾਂ ਦੇ ਨਾਲ ਨਹੀਂ, ਮਨੁੱਖਾਂ ਦੇ ਨਾਲ ਯੁੱਧ ਨਹੀਂ। ਕਿਉਂਕਿ ਆਪਣਾ ਚੇਲਿਆਂ ਨੇ ਵੀ ਕਿਹਾ ਸੀ, ਪ੍ਰਭੂ ਅਸੀਂ ਤਲਵਾਰ ਦੇ ਨਾਲ ਲੜੀਏ? ਕਹਿੰਦਾ ਮਨੁੱਖ ਦਾ ਪੁੱਤਰ ਇੱਥੇ ਮਨੁੱਖ ਨੂੰ ਮਾਰਨ ਦੇ ਲਈ ਨਹੀਂ, ਬਚਾਉਣ ਦੇ ਲਈ ਆਇਆ ਹੈ। ਇਸ ਲਈ ਅਸੀਂ ਇਹ ਸਮਝਣਾ ਹੈ, ਅਸੀਂ ਇਹ ਸਮਝ ਕੇ ਇਸ ਆਤਮਿਕ ਯੁੱਧ ਨੂੰ ਜੋ ਪਰਮੇਸ਼ਵਰ ਦੇ ਪੁੱਤਰ ਨੇ ਸਾਨੂੰ ਲੜਨਾ ਸਿਖਾਇਆ ਹੈ, ਪਰਮੇਸ਼ਵਰ ਦੇ ਵਚਨ ਦੇ ਨਾਲ, ਉਸ ਦੇ ਨਾਲ ਅਸੀਂ ਲੜਨਾ ਹੈ। ਇੱਕ ਵਿਸ਼ਵਾਸੀ ਆਤਮਿਕ ਯੁੱਧ ਦੇ ਵਿੱਚ ਹਮੇਸ਼ਾ ਜਿੱਤ ਉਦੋਂ ਪਾ ਸਕਦਾ ਹੈ ਜਦੋਂ ਵਚਨ, ਪ੍ਰਾਰਥਨਾ ਅਤੇ ਆਤਮਿਕ ਵਿਸ਼ਵਾਸ ਨੂੰ ਲੈ ਕੇ ਚੱਲਦਾ ਹੈ, ਤਾਂ ਉਹ ਜਿੱਤ ਪ੍ਰਾਪਤ ਕਰ ਸਕਦਾ, ਅਨੈਥਾ ਜਿੱਤ ਨਹੀਂ ਪ੍ਰਾਪਤ ਕਰ ਸਕਦਾ। ਪੌਲਸ ਦਾ ਜੀਵਨ ਵਚਨ ਦੇ ਨਾਲ ਚੱਲਣ ਵਾਲਾ ਸੀ, ਪੌਲਸ ਦਾ ਜੀਵਨ ਪ੍ਰਾਰਥਨਾ ਦਾ ਜੀਵਨ ਸੀ, ਪੌਲਸ ਦਾ ਜੀਵਨ ਇੱਕ ਦ੍ਰਿੜ ਮਜ਼ਬੂਤ ਵਿਸ਼ਵਾਸ ਦਾ ਸੀ। ਇਸੇ ਕਰਕੇ ਤਾਂ ਅੰਤ ਦੇ ਵਿੱਚ ਕਹਿ ਸਕਿਆ, ਮੈਂ ਆਤਮਿਕ ਅਤੇ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਆਪਣੀ ਲੜਾਈ ਮੁਕਾ ਛੱਡੀ ਹੈ। ਹੁਣ ਭਵਿੱਖ ਦੇ ਵਿੱਚ ਮੇਰੇ ਲਈ ਧਾਰਮਿਕਤਾ ਦਾ ਮੁੱਖ ਰੱਖਿਆ ਹੈ, ਮੇਰੇ ਲਈ ਨਹੀਂ, ਉਹਨਾਂ ਦੇ ਲਈ ਵੀ ਜਿਨ੍ਹਾਂ ਨੇ ਉਸ ਨੂੰ ਪਿਆਰਾ ਆਪਣੇ ਜੀਵਨ ਵਿੱਚ ਜਾਤਾ ਹੈ, ਕਿਹਨੂੰ? ਮਸੀਹ ਯਿਸੂ। ਇਸ ਲਈ ਪਿਆਰੋ, ਅਸੀਂ ਪਰਮੇਸ਼ਵਰ ਦੇ ਇਸ ਆਤਮਿਕ ਯੁੱਧ ਨੂੰ ਪਰਮੇਸ਼ਵਰ ਦੇ ਵਚਨ ਦੇ ਨਾਲ, ਪ੍ਰਾਰਥਨਾ ਦੇ ਨਾਲ ਔਰ ਪਰਮੇਸ਼ਵਰ ਪੁੱਤਰ ਦੇ ਉੱਤੇ ਦ੍ਰਿੜ ਵਿਸ਼ਵਾਸ ਦੇ ਨਾਲ ਇਸ ਸੰਸਾਰ ਦੇ ਵਿੱਚ ਲੜਾਈ ਕਰਦੇ ਹੋਏ ਉਸ ਦੀ ਆਮਦ ਦੇ ਵਿੱਚ ਸ਼ਰੀਕ ਹੋਣਾ ਹੈ, ਤਾਂ ਕਿ ਅਸੀਂ ਪ੍ਰਭੂ ਦੇ ਨਾਲ ਹਮੇਸ਼ਾ ਹਮੇਸ਼ਾ ਰਾਜ ਕਰ ਸਕੀਏ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਦ੍ਰਿੜ ਹੋ ਕੇ, ਉਸ ਦੁਸ਼ਟ ਦੇ ਨਾਲ ਆਤਮਿਕ ਹਥਿਆਰਾਂ ਦੇ ਨਾਲ ਸਜਗ ਹੋ ਕੇ ਲੜਨ ਦੇ ਲਈ ਬਲ ਦੇਵੇ। ਜੈ ਮਸੀਹ ਦੀ। ਪ੍ਰਭੂ ਆਪ ਨੂੰ ਆਸ਼ੀਰਵਾਦ।